ਜਿਹੜਾ ਆਪਣੇ ਕੋਲੇ ਐਕਸਪੀਰੀਐਂਸ਼ੀਅਲ ਲਰਨਿੰਗ ਸਬਜੈਕਟ ਹੈਗਾ ਕਰਦੇ ਉਸ ਦੇ ਵਿੱਚ ਆਪਾਂ ਸੈਕਸ਼ਨ ਬੀ ਦੇ ਵਿੱਚ ਆਪਾਂ ਫਸਟ ਟੌਪਿਕ ਆਪਣੇ ਕੋਲ ਹੈਗਾਗਾ ਕਿ ਐਜੂਕੇਸ਼ਨ ਥਰੂ ਲਾਈਫ, ਜੀਵਨ ਰਾਹੀਂ ਸਿੱਖਿਆ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਮੀਨਿੰਗ ਹੈਗਾਗਾ ਜਦੋਂ ਆਪਾਂ ਉਸ ਨੂੰ ਡਿਸਕਸ ਕਰਾਂਗੇ, ਮੀਨਿੰਗ ਹਾਂਜੀ ਮੀਨਿੰਗ ਦੇ ਵਿੱਚ ਜਦੋਂ ਆਪਾਂ ਇਸ ਨੂੰ ਡਿਸਕਸ ਕਰਦੇ ਹਾਂ ਤਾਂ ਆਪਾਂ ਕੀ ਕਹਿ ਸਕਦੇ ਆ ਫਸਟ ਆਫ ਆਲ ਕਿ ਐਜੂਕੇਸ਼ਨ ਥਰੂ ਲਾਈਫ ਮਤਲਬ ਕੀ ਹੈਗਾ ਆਪਾਂ ਜੀਵਨ ਰਾਹੀਂ ਸਿੱਖਿਆ। ਜਿਵੇਂ ਜਿਵੇਂ ਮਨੁੱਖ ਆਪਣੇ ਜੀਵਨ ਦਾ ਸਫ਼ਰ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਜਿਵੇਂ ਜਿਵੇਂ ਆਪਣੇ ਸਫ਼ਰ ਨੂੰ ਤੈਅ ਕਰਦਾ ਹੈ, ਵੱਖ-ਵੱਖ ਹਾਲਾਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਕੇ ਉਹ ਉਸ ਨੂੰ ਜਦੋਂ ਅਨੁਭਵ ਹਾਸਲ ਹੁੰਦਾ ਹੈ, ਅਸਲ ਦੇ ਵਿੱਚ ਉਹੀ ਉਸ ਦੀ ਜੀਵਨ ਦੀ ਕੀ ਹੈ ਅਸਲ ਸਿੱਖਿਆ ਹੈ। ਤਾਂ ਸਿੱਖਣ ਦਾ ਜਿਹੜਾ ਕਾਰਜ ਹੈਗਾਗਾ ਜਨਮ ਦੇ ਨਾਲ ਹੀ ਆਰੰਭ ਹੋ ਜਾਂਦਾ ਹੈ। ਸਿੱਖਣ ਦਾ ਕਾਰਜ ਇੱਥੇ ਲਿਖ ਸਕਦੇ ਹੋ ਜੀ ਤੁਸੀਂ ਕਿ ਸਿੱਖਣ ਦਾ ਕਾਰਜ ਜਨਮ ਨਾਲ ਹੀ ਆਰੰਭ ਹੋ ਜਾਂਦਾ ਹੈ। ਇੱਕ ਤਾਂ ਇਹ ਆਪਣੇ ਕੋਲੇ ਗੱਲ ਹੋ ਗਈ ਕਿ ਆਪਾਂ ਦੇਖੋ ਜਦੋਂ ਆਪਾਂ ਕਿਸੇ ਵਿਅਕਤੀ ਨੇ ਜਨਮ ਲਿਆ ਔਰ ਇਹ ਕੀ ਹੈਗਾਗਾ ਜੀਵਨ ਭਰ ਚੱਲਦਾ ਹੈ। ਇਹ ਕੀ ਹੈਗਾਗਾ ਜੀਵਨ ਭਰ ਚੱਲਦਾ ਹੈ। ਇਸ ਦੇ ਵਿੱਚ ਆਪਾਂ ਹੋਰ ਕੀ ਗੱਲ ਕਹਿ ਸਕਦੇ ਹਾਂ ਜਾਂ ਕੀ ਹੋਰ ਵਿਚਾਰ ਆਪਾਂ ਦੇਖ ਸਕਦੇ ਹੈਗੇ ਹਾਂ। ਕਹਿੰਦੇ ਜਿਹੜਾ ਜੀਵਨ ਦੇ ਵਿੱਚ ਜਿਵੇਂ ਆਪਾਂ ਸਫ਼ਰ ਦੀ ਗੱਲ ਕੀਤੀ ਸੀਗੀ, ਸਫ਼ਰ ਦੇ ਦੌਰਾਨ ਮਿਲਣ ਵਾਲੇ ਕਿੰਨੇ ਵੀ ਚਾਹੇ ਆਪਣੇ ਕੋਲ ਅਣਗਿਣਤ ਦੀਆਂ ਚੁਣੌਤੀਆਂ ਆਈਆਂ ਹਨ, ਆਪਾਂ ਉਹਨਾਂ ਨੂੰ ਚੁਣੌਤੀਆਂ ਨੂੰ ਹਾਲਾਤਾਂ ਦੇ ਅਨੁਸਾਰ ਉਹਨਾਂ ਦਾ ਆਪਾਂ ਸਮਾਧਾਨ ਕੀਤਾ, ਉਹਨਾਂ ਦਾ ਹੱਲ ਕੀਤਾ। ਉਹ ਅਨੁਭਵ ਹੀ ਅਸਲ ਦੇ ਵਿੱਚ ਇੱਕ ਜੀਵਨ ਦੀ ਕੀ ਹੈ ਸਿੱਖਿਆ ਹੈ। ਤਾਂ ਇਹ ਜਿਹੜੀ ਸਿੱਖਿਆ ਉਤਪੰਨ ਹੁੰਦੀ ਹੈ ਕਹਿੰਦੇ ਇਹ ਅਨੁਭਵ ਰਸਮੀ ਅਤੇ ਗੈਰ ਰਸਮੀ ਦੋਹਾਂ ਕਿਸਮਾਂ ਦੇ ਹੋ ਸਕਦੇ ਹਨ। ਜਿਹੜੀ ਇਹ ਸਿੱਖਿਆ ਹੈਗੀ ਹੈ ਇਹ ਸਿੱਖਿਆ ਰਸਮੀ ਅਤੇ ਗੈਰ ਰਸਮੀ ਦੋਨਾਂ ਇਹ ਸਿੱਖਿਆ ਰਸਮੀ ਅਤੇ ਗੈਰ ਰਸਮੀ ਦੋਨਾਂ ਅਵਸਥਾਵਾਂ ਵਿੱਚ ਪਾਈ ਜਾਂਦੀ ਹੈ। ਕਹਿਣ ਤੋਂ ਭਾਵ ਕੀ ਹੈ ਕਿ ਜਿਹੜੇ ਮਨੁੱਖ ਦਾ ਜੋ ਇੱਕ ਵਿਅਕਤੀ ਦਾ ਆਪਣੇ ਜੀਵਨ ਦੇ ਰਾਹੀਂ ਜੋ ਇੱਕ ਅਨੁਭਵ ਹੈ ਉਹ ਜਸਟ ਫਾਰਮਲ ਹੀ ਨਹੀਂ, ਰਸਮੀ ਤੋਂ ਕੀ ਭਾਵ ਹੈ ਕਿ ਜਿਹੜਾ ਅਸੀਂ ਸਕੂਲ ਦੇ ਕਲਾਸਰੂਮ ਦੇ ਵਿੱਚ ਬੈਠ ਕੇ ਜਾਂ ਕਿਸੇ ਇੱਕ ਖਾਸ ਅਜਿਹੀ ਜਗ੍ਹਾ ਤੋਂ ਜਿੱਥੋਂ ਅਸੀਂ ਸਿੱਖਿਆ ਹਾਸਲ ਕਰ ਰਹੇ ਹਾਂ ਔਰ ਉਸ ਸਿੱਖਿਆ ਗ੍ਰਹਿਣ ਕਰਨ ਦੇ ਨਾਲ ਜੋ ਅਨੁਭਵ ਹਾਸਲ ਕੀਤਾ ਉਸ ਨੂੰ ਅਸੀਂ ਰਸਮੀ ਬੋਲ ਦਿੰਦੇ ਹਾਂ। ਗੈਰ ਰਸਮੀ ਕੀ ਹੋ ਗਿਆ ਕਿ ਲਈ ਹੋਈ ਰਸਮੀ ਸਿੱਖਿਆ ਤੋਂ ਜਦੋਂ ਅਸੀਂ ਆਪਣੇ ਆਪ ਨੂੰ ਕਿਰਿਆ ਦੇ ਵਿੱਚ ਸਮਾਜ ਦੇ ਇੱਕ ਸਮਾਜਿਕ ਰੂਪ ਦੇ ਵਿੱਚ ਜਦੋਂ ਅਸੀਂ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ, ਅਸਲ ਉਹ ਸਾਡਾ ਅਨੁਭਵ ਹੈ, ਉਹ ਸਾਡੀ ਆਪਾਂ ਕਹਿੰਦੇ ਨੇ ਗੈਰ ਰਸਮੀ ਸਿੱਖਿਆ ਹੋ ਗਈ। ਤਾਂ ਰਸਮੀ ਅਤੇ ਗੈਰ ਰਸਮੀ ਜਿਹੜੀ ਹੈਗੀ ਹੈ ਜਦੋਂ ਦੋਨਾਂ ਦੀ ਭਾਗੀਦਾਰੀ ਹੋਊਗੀ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ, ਉਹ ਕੀ ਹੈਗੀ ਸਾਡੀ ਐਜੂਕੇਸ਼ਨ ਥਰੂ ਲਾਈਫ ਹੈ। ਇਸ ਨੂੰ ਅਸੀਂ ਵੱਖ-ਵੱਖ ਸਬਪੁਆਇੰਟਸ ਦੇ ਨਾਲ ਅਸੀਂ ਆਪਾਂ ਡਿਸਕਸ ਕਰ ਸਕਦੇ ਹਾਂ। ਫਸਟ ਜਿਹੜਾ ਸਾਡੇ ਕੋਲੇ ਜਿਵੇਂ ਆਪਾਂ ਕਹਿੰਦੇ ਨੇ ਕਿ ਜੀਵਨ ਦੇ ਦੁਆਰਾ ਸਿੱਖਿਆ ਨੂੰ ਜਿਹੜੇ ਹੈਗੇ ਨੇ ਕਿਹੜੇ-ਕਿਹੜੇ ਕਾਰਕਾਂ ਦੁਆਰਾ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਇਹ ਦੇਖ ਸਕਦੇ ਹਾਂ ਵੀ ਜੀਵਨ ਰਾਹੀਂ ਸਿੱਖਿਆ ਹੈ।
ਪਹਿਲਾ ਸਬ ਪੁਆਇੰਟ ਕੀ ਹੈਗਾ, ਜੀਵਨ ਦੇ ਸੰਪੂਰਨ ਤਜਰਬੇ। ਇਸ ਦੇ ਵਿੱਚ ਫਸਟ ਜਿਹੜਾ ਸਬ ਪੁਆਇੰਟ ਹੈਗਾ ਉਹ ਹੈਗਾ ਜੀ ਜੀਵਨ ਦੇ ਸੰਪੂਰਨ ਤਜਰਬੇ। ਜੀਵਨ ਦੇ ਸੰਪੂਰਨ ਤਜਰਬੇ। ਹੁਣ ਜਿਹੜੇ ਸੰਪੂਰਨ ਤਜਰਬੇ ਦੀ ਗੱਲ ਹੋਈ ਹੈ, ਦੇਖੋ ਸਿੱਖਿਆ ਦੇ ਵਿੱਚ ਨਾ ਆਪਾਂ ਵੱਖ-ਵੱਖ ਵਿਗਿਆਨੀਆਂ ਨੇ ਆਪਣੇ ਵੱਖ-ਵੱਖ ਤਜਰਬਿਆਂ ਨੂੰ ਇੱਕ ਸਿੱਖਿਆ ਦੇ ਰੂਪ ਦੇ ਵਿੱਚ ਵੱਖ-ਵੱਖ ਪਾਲਿਸੀਆਂ ਦੇ ਰਾਹੀਂ ਉਸ ਨੂੰ ਰਿਪਰੈਜ਼ੈਂਟ ਕੀਤਾ। ਤਾਂ ਕਈਆਂ ਨੇ ਆਪਾਂ ਕਹਿੰਦਾ ਕਿ ਸਿੱਖਿਆ ਜਿਹੜੀ ਹੈਗੀ ਹੈ 3R ਦੇ ਵਿੱਚ ਇੰਪੋਰਟੈਂਸ ਦਿਖਾਈ ਗਈ ਹੈ। ਹੁਣ ਜਿਹੜਾ 3R ਹੈਗਾ ਇਹਨੂੰ ਅਸੀਂ ਰੀਡਿੰਗ, ਰਾਈਟਿੰਗ, ਅਰਥਮੈਟਿਕ, ਹੁਣ ਦੇਖੋ ਕਈ ਫਿਲਾਸਫਰਸ ਨੇ ਤਾਂ ਆਪਾਂ ਕਹਿੰਦਾ ਕਿ ਜਿਹੜਾ ਸਿੱਖਿਅਕ ਮਨੋਵਿਗਿਆਨ ਹੈਗੇ ਆ ਉਹ ਕਹਿੰਦੇ ਜੀ ਸਿੱਖਿਆ ਜਿਹੜੀ ਹੈਗੀ ਆ ਉਹ 3R ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀ ਆ। ਰੀਡਿੰਗ ਹੋ ਗਈ, ਰਾਈਟਿੰਗ ਹੋ ਗਈ, ਅਰਥਮੈਟਿਕ ਹੋ ਗਿਆ, ਅੰਕ ਗਣਿਤ ਦੇ ਨਾਲ ਹੀ ਸ਼ਾਮਿਲ ਹੈ। ਬਟ ਆਪਾਂ ਸਬਜੈਕਟ ਕੀ ਲੈ ਰਹੇ ਹਾਂ ਕਿ ਜੀਵਨ ਦੇ ਸੰਪੂਰਨ ਤਜਰਬੇ। ਫਿਰ ਜਿਵੇਂ ਜਿਵੇਂ ਇੱਕ ਸਿੱਖਿਆ ਦੇ ਵਿੱਚ ਤਬਦੀਲੀਆਂ ਆਈਆਂ ਗਈਆਂ ਔਰ ਉਹ ਤਬਦੀਲੀਆਂ ਦੇ ਨਾਲ ਆਪਾਂ ਕਹਿੰਦਾ ਵੀ ਜਿਹੜਾ ਮਨੁੱਖ ਜਿਹੜਾ ਹੈਗਾ ਉਹ ਵੱਖ-ਵੱਖ ਰੂਪਾਂ ਦੇ ਵਿੱਚ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੁੰਦਾ ਹੈ। ਤਾਂ ਇੱਥੇ ਉਹਨਾਂ ਨੇ ਨਾਲ ਲਿਖ ਦਿੱਤਾ ਜੀ ਸਿੱਖਿਆ ਜਿਹੜੀ ਹੈਗੀ ਹੈ ਉਹ 4H। ਜਿਵੇਂ ਇੱਥੇ 4H ਜਿਹੜਾ ਹੈਗਾ ਉਹ ਕੀ ਹੈਗਾ ਜੀ, ਹੈਡ, ਹੈਂਡ, ਹਾਰਟ। ਹਾਂਜੀ, 4th ਜਿਹੜਾ ਹੈਗਾ ਸਾਡੇ ਕੋਲੇ ਦੇਖੋ ਹੈਡ ਹੋ ਗਿਆ ਸਾਡੇ ਕੋਲੇ, ਹੈਂਡ ਹੋ ਗਿਆ ਸਾਡੇ ਕੋਲੇ, ਹਾਰਟ ਹੋ ਗਿਆ ਸਾਡੇ ਕੋਲੇ। ਔਰ ਸਿੱਖਿਆ ਕੀ ਕਰਦੀ, ਸਾਨੂੰ ਇੱਕ ਸਿਹਤਮੰਦ ਵੀ ਬਣਾਉਂਦੀ ਹੈ, ਹੈਲਥੀ। ਆਪਾਂ ਕਹਿੰਦੇ ਨੇ ਹੈਲਥੀ ਹੋਣਾ। ਹੁਣ ਦੇਖੋ ਇੱਕ ਸਿੱਖਿਆ ਜਿਹੜੀ ਹੈਗੀ ਹੈ ਜੀਵਨ ਦੇ ਸੰਪੂਰਨ ਤਜਰਬੇ ਕਿਹੜੇ ਰੂਪ ਦੇ ਵਿੱਚ ਹੈਗੀ ਆ। ਇੱਕ ਆਪਾਂ ਕਹਿੰਦਾ ਫਿਲਾਸਫਰ ਨੇ ਕਹਿੰਦਾ 3R ਐਂਡ ਇੱਕ ਸ਼ਬਦ ਯੂਜ਼ ਕੀਤਾ ਹੈਗਾ 4H। 4H ਦਾ ਮਤਲਬ ਕੀ ਹੈਗਾ, ਹੈਡ, ਅਸੀਂ ਆਪਣੇ ਦਿਮਾਗ, ਅਸੀਂ ਸਿਰ ਦਾ ਇਸਤੇਮਾਲ ਕਰਦੇ ਹਾਂ। ਸਿੱਖਿਆ ਦੇ ਵਿੱਚ ਜਦੋਂ ਅਸੀਂ ਕਿਰਿਆ ਦੇ ਰਾਹੀਂ ਸ਼ਾਮਿਲ ਹੁੰਦੇ ਹਾਂ ਤਾਂ ਉਹ ਕਿਰਿਆ ਦੇ ਰਾਹੀਂ ਹੀ ਸਾਡੇ ਕੋਲ ਕੀ ਆਊਗਾ, ਅਨੁਭਵ ਆਊਗਾ। ਫਿਰ ਅਸੀਂ ਹਸਤਕਲਾ, ਜਿਵੇਂ ਆਪਾਂ ਕਹਿ ਦਿੰਦੇ ਆ ਜਿਹੜੇ ਕਿ ਵਿਸ਼ੇ ਦੇ ਰਾਹੀਂ ਅਸੀਂ ਬੱਚਿਆਂ ਨੂੰ ਹਸਤਕਲਾ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਕੀ ਲੈ ਕੇ ਆਉਂਦੇ ਆ, ਤਜਰਬਾ ਲੈ ਕੇ ਆਉਂਦੇ ਆ। ਜਿਵੇਂ ਖੇਤੀਬਾੜੀ ਦੇ ਵਿਸ਼ੇ ਹੋ ਗਏ, ਡਰਾਇੰਗ ਦੇ ਵਿਸ਼ੇ ਹੋ ਗਏ, ਜਾਂ ਉਹ ਪ੍ਰਯੋਗਸ਼ਾਲਾ ਜਾਂ ਵਰਕਸ਼ਾਪ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਔਰ ਸਿਖਲਾਈ ਦਾ ਇੱਕ ਗਿਆਨ ਦਿੱਤਾ ਜਾਂਦਾ ਹੈ। ਫਿਰ ਹਾਰਟ ਹੋ ਗਿਆ, ਜਿਵੇਂ ਆਪਾਂ ਕਹਿ ਦਿੰਦੇ ਆ ਅਸੀਂ ਰੁਚੀ ਲੈ ਕੇ ਆਉਂਦੇ ਆ ਆਪਣੀ ਉਸ ਵਿਸ਼ੇ ਦੇ ਵਿੱਚ, ਅਸੀਂ ਸਿੱਖਿਆ ਦੇ ਰਾਹੀਂ ਅਸੀਂ ਗਿਆਨ ਹਾਸਲ ਕਰਦੇ ਆ। ਦੈਨ ਸਾਡੇ ਕੋਲੇ ਹੈਲਥ ਦੀ ਗੱਲ ਆਉਂਦੀ ਹੈ। ਤਾਂ ਨੋ ਡਾਊਟ ਜੇਕਰ ਅਸੀਂ ਸਿਹਤਮੰਦ ਤੰਦਰੁਸਤ ਹੋਵਾਂਗੇ ਤਾਂ ਸਾਡੇ ਵਿੱਚ ਕੀ ਹੈਗਾ, ਤਜਰਬੇ ਜਿਹੜੇ ਹੈਗੇ ਨੇ ਉਹ ਅਰਥਮੈਟਿਕ ਤੱਕ ਜਾਂ ਰੀਡਿੰਗ ਤੱਕ ਜਾਂ ਰਾਈਟਿੰਗ ਤੱਕ ਨਹੀਂ ਸੰਪੂਰਨ ਹੋ ਸਕਦਾ, ਬਲਕਿ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਜਿਹੜੀ ਸਿੱਖਿਆ ਦੇ 4 ਭਾਗ ਹੈਗੇ ਨੇ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੀਵਨ ਦੇ ਜਿਹੜੇ ਸੰਪੂਰਨ ਤਜਰਬੇ ਹੈਗੇ ਨੇ, ਜੀਵਨ ਰਾਹੀਂ ਦੀ ਸਿੱਖਿਆ ਹੈਗੀ ਆ ਉਹ ਇਹ 4H ਦੇ ਰਾਹੀਂ ਵੇਖਣ ਨੂੰ ਮਿਲ ਸਕਦੀ ਹੈ। ਨੈਕਸਟ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ ਕਿ ਇਹ ਜੀਵਨ ਹੈ ਜੋ ਸਿੱਖਿਆ ਦਿੰਦਾ ਹੈ। ਇਹ ਜੀਵਨ ਹੈ ਜੋ ਸਿੱਖਿਆ ਦਿੰਦਾ ਹੈ। ਸੈਕਿੰਡ ਸਬ ਪੁਆਇੰਟ ਹੈ ਇਹਦੇ ਵਿੱਚ, ਇਹ ਜੀਵਨ ਹੈ ਜੋ ਸਿੱਖਿਆ ਦਿੰਦਾ ਹੈ। ਜੋ ਸਿੱਖਿਆ ਦਿੰਦਾ ਹੈ। ਦੇਖੋ ਜੀ ਆਪਣੇ ਕੋਲੇ ਸੌਪਣ ਦੇ ਵਿੱਚ ਗੱਲ ਆਈ ਹੈ, ਕਹਿੰਦੇ ਇਹ ਜੀਵਨ ਹੈ ਜੋ ਸਿੱਖਿਆ ਦਿੰਦਾ ਹੈ। ਹੁਣ ਵਿਅਕਤੀ ਦਾ ਜਿਹੜਾ ਜੀਵਨ ਹੈਗਾ ਸਮਾਜ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਹਾਲਾਤਾਂ ਦਾ ਸਾਹਮਣਾ ਕਰਕੇ ਉਸ ਦਾ ਸਮਾਧਾਨ ਵੀ ਕਰਦਾ ਹੈ ਔਰ ਉਹਨਾਂ ਪਰੇਸ਼ਾਨੀਆਂ ਨੂੰ ਝੱਲਦਾ ਵੀ ਹੈ। ਹੁਣ ਜਿਹੜੀ ਸਿੱਖਿਆ ਹੈਗੀ ਕਹਿੰਦੇ ਇੱਕ ਵਿਅਕਤੀ ਦੇ ਜਿਹੜੇ ਜੀਵਨ ਦੁਆਰਾ ਆਪਾਂ ਕਹਿ ਸਕਦੇ ਹਾਂ ਜਾਂ ਦੋਸਤੀ ਦੁਆਰਾ, ਫਿਰ ਆਪਾਂ ਕਹਿ ਦਿੰਦੇ ਆ ਵਿਆਹ ਵੀ ਅਟੈਂਡ ਕੀਤੇ ਜਾਂਦੇ ਹਨ, ਵਿਆਹਾਂ ਦੁਆਰਾ, ਫਿਰ ਪਾਲਣ ਪੋਸ਼ਣ ਦੁਆਰਾ, ਯਾਤਰਾਵਾਂ ਦੁਆਰਾ ਅਤੇ ਕਹਿੰਦੇ ਇਸ ਤਰ੍ਹਾਂ ਦੀਆਂ ਹੋਰਾਂ ਦੁਆਰਾ ਹਰ
ਜਿਹੜੀ ਆਪਾਂ ਕਹਿੰਦੇ ਆ ਇੱਕ ਨੂੰ ਸਿਖਾਇਆ ਜਾਂਦਾ ਹੈ, ਉਹ ਕੀ ਹੈ? ਇੱਕ ਜੀਵਨ ਦੀ ਇੱਕ ਸਿਖਲਾਈ ਹੈ। ਆਪਾਂ ਕਹਿੰਦੇ ਨੇ ਜੀਵਨ ਦੇ ਵਿੱਚ ਕੀ ਹੈਗਾ? ਜੀਵਨ ਦੁਆਰਾ, ਦੋਸਤੀ ਦੁਆਰਾ, ਜੀਵਨ ਦੁਆਰਾ, ਫਿਰ ਗੱਲ ਹੋਈ ਹੈ ਜੀ ਇਹਦੇ ਵਿੱਚ ਦੋਸਤੀ ਦੇ ਦੁਆਰਾ, ਔਰ ਵਿਆਹਾਂ ਦੇ ਦੁਆਰਾ, ਵਿਆਹਾਂ ਦੁਆਰਾ। ਫਿਰ ਆਪਾਂ ਗੱਲ ਕਰ ਰਹੇ ਹੈਗੇ ਜੀ ਉਹਦੇ ਵਿੱਚ ਪਾਲਣ ਪੋਸ਼ਣ ਦੁਆਰਾ, ਪਾਲਣ ਪੋਸ਼ਣ ਦੁਆਰਾ, ਦੋਸਤੀ ਹੋ ਗਈ। ਦੇਖੋ ਪਹਿਲਾਂ ਆਪਾਂ ਜੀਵਨ ਦੀ ਗੱਲ ਕੀਤੀ, ਲਾਈਫ ਦੇ ਵਿੱਚ ਬਰਥ ਹੁੰਦਾ ਹੈ ਬੱਚੇ ਦਾ, ਫਿਰ ਉਹਦੀ ਦੋਸਤੀ ਹੁੰਦੀ ਹੈ, ਫਿਰ ਉਹ ਵੱਖ-ਵੱਖ ਆਪਾਂ ਕਹਿੰਦੇ ਨੇ ਵਿਆਹਾਂ ਦੇ ਵਿੱਚ ਜਾ ਕੇ ਫਿਰ ਉਹਦਾ ਜਿਹੜਾ ਪਾਲਣ ਪੋਸ਼ਣ ਹੈਗਾ ਉਹਦੇ ਤੇ ਵੀ ਕਿਤੇ ਨਾ ਕਿਤੇ ਉਹਦੀ ਸਿਖਲਾਈ ਜਿਹੜੀ ਹੈਗੀ ਆ, ਇੱਕ ਸਿੱਖਿਆ ਜਿਹੜੀ ਹੈਗੀ ਡਿਪੈਂਡ ਕਰਦੀ ਹੈ। ਤਾਂ ਉਹਦੀ ਯਾਤਰਾਵਾਂ ਹੋ ਗਈਆਂ, ਫੀਲਡ ਟ੍ਰਿਪਸ ਆਪਾਂ ਜਿਵੇਂ ਕਹਿ ਦਿੰਦੇ ਹਾਂ, ਯਾਤਰਾਵਾਂ ਦੁਆਰਾ, ਯਾਤਰਾ ਦੁਆਰਾ, ਕਹਿਣ ਤੋਂ ਭਾਵ ਕੀ ਹੈਗਾ? ਜਿਹੜੀ ਆਪਾਂ ਕਹਿ ਦਿੰਦੇ ਨਾ, ਜਿਹੜੀ ਐਜੂਕੇਸ਼ਨ ਥਰੂ ਲਾਈਫ ਜਿਹੜੀ ਹੈਗੀ ਹੈ, ਇਹ ਜੀਵਨ ਹੈਗੇ ਨੇ ਜੋ ਸਿੱਖਿਆ ਦਿੰਦਾ ਹੈ। ਮਤਲਬ ਕੀ ਹੈਗਾ? ਲਾਈਫ ਦੇ ਵਿੱਚ ਕਿਹੜੇ ਕਿਹੜੇ ਵੱਖ-ਵੱਖ ਪਾਰਟਸ ਹੁੰਦੇ ਹਨ, ਜਿਨ੍ਹਾਂ ਦੁਆਰਾ ਵੱਖ-ਵੱਖ ਕਿਰਿਆਵਾਂ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਬਤੀਤ ਹੁੰਦੀਆਂ ਹਨ। ਤਾਂ ਉਹ ਕਿਰਿਆਵਾਂ ਇੱਕ ਆਪਣੀ ਪ੍ਰਕਿਰਿਆਵਾਂ ਦੇ ਦੁਆਰਾ ਉਸ ਨੂੰ ਤੈਅ ਕਰਦਾ ਹੈ, ਸਫ਼ਰ ਕਰਦਾ ਹੈ। ਅਸਲ ਦੇ ਵਿੱਚ ਉਹੀ ਕੀ ਹੈ? ਉਸਦੀ ਸਿੱਖਿਆ ਹੈ। ਨੈਕਸਟ ਸਾਡੇ ਕੋਲ ਇਹਦੇ ਵਿੱਚ ਪੁਆਇੰਟ ਆ ਜਾਂਦਾ ਹੈਗਾ ਜੀ ਕਿ ਸਾਰੇ ਤਜਰਬੇ ਨੂੰ ਵਿਦਿਅਕ ਕਿਹਾ ਜਾਂਦਾ ਹੈ। ਸਾਰੇ ਤਜਰਬੇ ਨੂੰ ਵਿਦਿਅਕ ਕਿਹਾ ਜਾਂਦਾ ਹੈ। ਸਾਰੇ ਤਜਰਬੇ ਨੂੰ ਵਿਦਿਅਕ ਕਿਹਾ ਜਾਂਦਾ ਹੈ। ਨੈਕਸਟ ਸਬ ਪੁਆਇੰਟ ਹੈ ਸਾਡੇ ਕੋਲੇ ਸਾਰੇ ਤਜਰਬੇ ਨੂੰ ਵਿਦਿਅਕ ਕਿਹਾ ਜਾਂਦਾ ਹੈ। ਇਹ ਸਾਡੇ ਕੋਲੇ ਨੈਕਸਟ ਸਬ ਪੁਆਇੰਟ ਹੈਗਾ ਜੀ ਕਿ ਜਿੰਨੇ ਵੀ ਆਪਾਂ ਕਹਿ ਦਿੰਦੇ ਨੇ ਜਿਹੜੇ ਵਿਅਕਤੀ ਦੇ ਜੀਵਨ ਦੇ ਵਿੱਚ ਜਿਹੜੇ ਇੱਕ ਸਿੱਖਿਅਕ ਆਪਾਂ ਕਹਿ ਦਿੰਦੇ ਤਜਰਬੇ ਹੈਗੇ ਨੇ, ਉਹਨਾਂ ਨੂੰ ਵਿਦਿਅਕ ਕਿਹਾ ਜਾਂਦਾ ਹੈ। ਹੁਣ ਇਹਦੇ ਵਿੱਚ ਆਪਾਂ ਇਹ ਡਿਸਕਸ ਕਰਨਾ ਹੋਊਗਾ, ਕਹਿੰਦੇ ਵਿਅਕਤੀ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਜਿਹੜੀ ਵਿਦਿਅਕ ਪ੍ਰਭਾਵਸ਼ਾਲੀ ਹੈ ਨਾ, ਕਹਿੰਦੇ ਉਹਦੇ ਰਾਹੀਂ ਜਿਹੜਾ ਬੱਚਾ ਕਹਿੰਦੇ ਆਪਣੇ ਮਾਪਿਆਂ ਨੂੰ ਸਿੱਖਿਅਤ ਕਰਦਾ ਹੈ ਔਰ ਵਿਦਿਆਰਥੀ ਹੀ ਅਧਿਆਪਕ ਨੂੰ ਸਿੱਖਿਅਤ ਕਰਦੇ ਹਨ। ਦੇਖੋ ਕੀ ਹੈਗਾ ਆਪਾਂ ਕਹਿੰਦੇ ਨੇ ਸਾਰੇ ਤਜਰਬੇ ਨੂੰ ਵਿਦਿਅਕ ਕਿਹਾ ਜਾਂਦਾ ਹੈ। ਕਿਵੇਂ ਕਿਹਾ ਜਾਂਦਾ ਹੈ? ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲਾਂ ਉਹਦੀ ਦੋਸਤੀ ਆਪਣੇ ਮਾਪਿਆਂ ਦੇ ਨਾਲ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਬੱਚਾ ਆਂਢ ਗੁਆਂਢ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਹੈ। ਫਿਰ ਉਸ ਦੀ ਅਸਲ ਦੇ ਵਿੱਚ ਜਿਹੜੀ ਸਿੱਖਿਆ ਦਾ ਇੱਕ ਐਕਚੁਅਲ ਰੂਪ ਹੈਗਾ, ਰਸਮੀ ਦਾ ਰੂਪ ਜਿਹੜਾ ਹੈਗਾ ਉਹ ਕਿੱਥੇ ਵੇਖਣ ਨੂੰ ਮਿਲਦਾ ਹੈਗਾ ਜੀ? ਸਕੂਲ ਦੇ ਵਿੱਚ, ਸੰਸਥਾਵਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਉਹ ਸਕੂਲ ਦੇ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਜਦੋਂ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਤਾਂ ਜਿਹੜਾ ਉਹਦਾ ਤਜਰਬਾ ਹੈ, ਐਕਸਪੀਰੀਅੰਸ ਜਿਹੜਾ ਉਹਦਾ ਹੈਗਾ ਉਹ ਇੱਕ ਵਿਦਿਅਕ ਕਹਿਲਾਉਂਦਾ ਹੈ। ਕਿਵੇਂ ਕਹਿਲਾਉਂਦਾ ਹੈ? ਕਿਉਂਕਿ ਇੱਕ ਬੱਚੇ ਦਾ ਜੀਵਨ ਇੱਕ ਅਧਿਆਪਕ ਦੇ ਨਾਲ 6 ਜਾਂ 8 ਘੰਟੇ ਉਸ ਦੇ ਨਾਲ ਬਤੀਤ ਹੁੰਦੇ ਹਨ। ਵੱਖ-ਵੱਖ ਅਧਿਆਪਕਾਂ ਦੀ ਵੱਖ-ਵੱਖ ਇੱਕ ਮਨੋਵਿਗਿਆਨ ਦੀ ਇੱਕ ਪ੍ਰਕਿਰਿਆ ਹੈ। ਤਾਂ ਵੱਖ-ਵੱਖ ਟੀਚਰਸ ਦਾ ਪੜ੍ਹਾਉਣ ਦਾ ਜਿਹੜਾ ਮੈਥਡ ਹੈਗਾ, ਟੀਚਿੰਗ ਕਰਨ ਦਾ ਮੈਥਡ ਹੈਗਾ ਉਹ ਡਿਫਰੈਂਟ ਵੇ ਦੇ ਨਾਲ ਹੈ। ਤਾਂ ਬੱਚਾ ਹਰ ਇੱਕ ਅਧਿਆਪਕ ਤੋਂ ਹਰ ਗੱਲ ਨੂੰ ਸਿੱਖਦਾ ਹੈ ਔਰ ਹਰ ਇੱਕ ਗੱਲ ਨੂੰ ਦੂਸਰੇ ਵਿਸ਼ਿਆਂ ਦੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਭਾਗੀਦਾਰੀ ਬਣਾਉਂਦਾ ਹੈ ਔਰ ਜਿਸ ਦੇ ਨਾਲ ਵਿਦਿਆਰਥੀ ਹੀ ਨਹੀਂ ਸਿੱਖਦਾ ਕਹਿੰਦੇ, ਬਲਕਿ ਵਿਦਿਆਰਥੀ ਅਧਿਆਪਕ ਨੂੰ ਵੀ ਸਿਖਾਉਂਦਾ ਹੈ ਔਰ ਵਿਦਿਆਰਥੀ ਆਪਣੇ ਮਾਪਿਆਂ ਨੂੰ ਵੀ ਸਿਖਾਉਂਦਾ ਹੈ। ਤਾਂ ਇਸ ਲਈ ਕਿਹਾ ਗਿਆ ਹੈ ਕਿ ਜਿਹੜੀ ਜੀਵਨ ਰਾਹੀਂ ਸਿੱਖਿਆ ਹੈਗੀ ਹੈ ਨਾ, ਉਹ ਵਿਦਿਅਕ ਰੂਪ ਦੇ ਵਿੱਚ ਵੀ ਪਾਈ ਜਾਂਦੀ ਹੈ। ਤਾਂ ਹੀ ਇੱਕ ਸਿੱਖਿਆ ਨੂੰ ਕਹਿੰਦੇ ਇੱਕ ਵਿਦਿਅਕ ਕਿਹਾ ਜਾਂਦਾ ਹੈ। ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ, ਇਹਦੇ ਲਈ ਕਹਿੰਦੇ ਕੋਈ ਵਿਸ਼ੇਸ਼ ਸੰਸਥਾ ਜਾਂ ਕੋਈ ਏਜੰਸੀ ਨਹੀਂ ਹੈ। ਕੀ
ਆਪਾਂ ਇਹ ਤਾਂ ਗੱਲਾਂ ਡਿਸਕਸ ਕਰ ਹੀ ਰਹੇ ਹਾਂ ਸਬ ਪੁਆਇੰਟਸ ਦੇ ਨਾਲ ਕਿ ਜਿਹੜੀ ਐਜੂਕੇਸ਼ਨ ਹੈਗੀ ਉਹ ਥਰੂ ਲਾਈਫ ਕਿਵੇਂ ਹੋ ਸਕਦੀ ਹੈ। ਦੇਖੋ ਆਪਾਂ ਕਿਹਾ ਵੀ ਜੀਵਨ ਦੇ ਸੰਪੂਰਨ ਤਜਰਬੇ ਹੁੰਦੇ ਹਨ, ਕਹਿੰਦੇ ਜੀਵਨ ਦੇ ਰਾਹੀਂ ਹੀ ਅਸਲ ਦੇ ਵਿੱਚ ਸਿੱਖਿਆ ਹੈ। ਫਿਰ ਆਪਾਂ ਗੱਲ ਕੀਤੀ ਜਿਹੜੇ ਸਾਰੇ ਤਜਰਬੇ ਨੇ ਉਹ ਕੀ ਹੈਗੇ ਨੇ, ਵਿਦਿਅਕ ਹੈਗੇ ਨੇ। ਹੁਣ ਨੈਕਸਟ ਦੇ ਵਿੱਚ ਆਪਾਂ ਗੱਲ ਕਰ ਰਹੇ ਹੈਗੇ ਆ ਜਿਹੜਾ ਆਪਣੇ ਕੋਲ ਸਬ ਪੁਆਇੰਟ ਹੈਗਾ, ਕਹਿੰਦੇ ਕੋਈ ਇਹਦੇ ਲਈ ਵਿਸ਼ੇਸ਼ ਏਜੰਸੀ ਜਾਂ ਸੰਸਥਾ ਨਹੀਂ, ਕੋਈ ਵਿਸ਼ੇਸ਼ संस्था या एजेंसी नहीं, एजेंसी नहीं। ਹੁਣ ਸਾਡੇ ਕੋਲ ਇਹ ਸਬ ਪੁਆਇੰਟ ਆਉਂਦਾ ਜੀ ਰਜੀ ਆਪਾਂ ਦੇਖਣੀ ਹੁੰਦੀ ਇਹਦੇ ਵਿੱਚ ਗੱਲ ਕਿ ਆਪਣਾ ਜਿਹੜਾ ਟੌਪਿਕ ਹੈਗਾਗਾ ਕਿ ਜੀਵਨ ਰਾਹੀਂ ਸਿੱਖਿਆ। ਹੁਣ ਜਿਹੜੀ ਜੀਵਨ ਰਾਹੀਂ ਸਿੱਖਿਆ ਹੈਗੀ ਆ ਉਹਦੇ ਵਿੱਚ ਤਜਰਬੇ ਰਸਮੀ ਵੀ ਹੈਗੇ ਨੇ ਔਰ ਗੈਰ ਰਸਮੀ ਵੀ ਹੈਗੇ ਨੇ। ਇਹ ਆਪਾਂ ਕਿੱਥੋਂ ਸਿੱਖਿਆ ਹੈਗਾ, ਆਪਾਂ ਇੱਕ ਉਹਦੀ ਇੰਟਰੋਡਕਸ਼ਨ ਦੇ ਵਿੱਚ ਆਪਾਂ ਮੀਨਿੰਗ ਦੇ ਵਿੱਚ ਇਹ ਆਪਾਂ ਗੱਲਾਂ ਕਲੀਅਰ ਕਰਕੇ ਆਏ ਆ। ਹੁਣ ਜੇਕਰ ਮੈਂ ਗੱਲ ਕਰਾਂ ਵੀ ਆਪਾਂ ਹੁਣ ਪੁਆਇੰਟ ਲਿਖਿਆ ਕਿ ਇਸ ਦੇ ਲਈ ਕਹਿੰਦੇ ਕੋਈ ਵਿਸ਼ੇਸ਼ ਸੰਸਥਾ ਜਾਂ ਏਜੰਸੀ ਨਹੀਂ, ਕੋਈ ਪਾਰਟਿਕੂਲਰ ਇੱਕ ਕੈਂਪਸ ਜਾਂ ਇੰਸਟੀਟਿਊਸ਼ਨ ਜਾਂ ਕੋਈ ਟਿਊਸ਼ਨ ਸੈਂਟਰ ਜਾਂ ਕੋਈ ਕਾਲਜ ਜਾਂ ਕੋਈ ਸਕੂਲ ਅਜਿਹਾ ਨਹੀਂ ਹੈ ਕਿ ਜਿਹੜਾ ਬੱਚੇ ਨੂੰ ਜੀਵਨ ਦੇ ਆਉਣ ਵਾਲੇ ਸਮੇਂ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦੇ ਸਕੇ ਔਰ ਉਹਨਾਂ ਦਾ ਸਾਹਮਣਾ ਕਰਨ ਦੇ ਲਈ ਜਿਹੜੀਆਂ ਚੁਣੌਤੀਆਂ ਉਹਨਾਂ ਦੀਆਂ ਆਉਣਗੀਆਂ ਤੇ ਉਹਨਾਂ ਦਾ ਹੱਲ ਵਰਤਮਾਨ ਸਮੇਂ ਦੇ ਵਿੱਚ ਉਹਨਾਂ ਨੂੰ ਦਰਸਾ ਸਕੇ। ਜੇਕਰ ਆਪਾਂ ਕਹਿੰਦੇ ਨੇ ਜਿਹੜਾ ਪਾਠਕ੍ਰਮ ਹੁੰਦਾ, ਜਿਵੇਂ ਹੁਣ ਆਪਾਂ ਕਹਿੰਦੇ ਵੀ ਵਿਅਕਤੀ ਆਪਣੇ ਜੀਵਨ ਨੂੰ ਬਤੀਤ ਕਰਨ ਜਾ ਰਿਹਾ ਸਮਾਜ ਦੇ ਵਿੱਚ, ਤਾਂ ਉਹਦੇ ਲਈ ਸਿੱਖਿਆ ਦਾ ਹੋਣਾ ਉਹਦੇ ਕੋਲ ਬਹੁਤ ਜ਼ਰੂਰੀ ਹੈ। ਸਿੱਖਿਆ ਉਸ ਨੂੰ ਗਿਆਨ ਦਿੰਦੀ ਹੈ ਔਰ ਉਸ ਗਿਆਨ ਨੂੰ ਉਹ ਆਪਣੇ ਹਾਲਾਤਾਂ ਦੇ ਨਾਲ ਜੂਝ ਕੇ ਆਪਣੇ ਵਿੱਚ ਅਨੁਭਵ ਹਾਸਲ ਕਰਦਾ ਹੈ। ਅਸਲ ਦੇ ਵਿੱਚ ਉਹ ਅਨੁਭਵ ਹੀ ਕੀ ਹੈ, ਉਸ ਦੀ ਸਿੱਖਿਆ ਹੈ। ਤਾਂ ਕਹਿੰਦੇ ਇਹਦੇ ਲਈ ਕੋਈ ਵਿਸ਼ੇਸ਼ ਸੰਸਥਾ ਜਾਂ ਕੋਈ ਏਜੰਸੀ ਦੀ ਕੋਈ ਲੋੜ ਨਹੀਂ ਹੁੰਦੀ। ਤਾਂ ਨੈਕਸਟ ਜਿਹੜਾ ਆਪਣੇ ਕੋਲ ਸਬ ਪੁਆਇੰਟ ਹੈਗਾ ਜੀ ਉਹ ਹੈਗਾ ਉਮਰ ਭਰ ਦੀ ਪ੍ਰਕਿਰਿਆ। ਉਮਰ ਭਰ ਦੀ ਪ੍ਰਕਿਰਿਆ, ਉਮਰ ਭਰ ਦੀ ਪ੍ਰਕਿਰਿਆ। ਹੁਣ ਆਪਾਂ ਜਦੋਂ ਅਜੇ ਇਸ ਦੇ ਵਿੱਚ ਦੇਖਦੇ ਆ ਕਿ ਮੀਨਿੰਗ ਦੇ ਵਿੱਚ ਹੀ ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜੀ ਇਹ ਸਿੱਖਿਆ ਜਿਹੜੀ ਹੈਗੀ ਆ, ਦੇਖੋ ਬੱਚੇ ਦੇ ਜਨਮ ਲੈਣ ਸਾਰ ਹੀ ਔਰ ਅੰਤ ਸਮੇਂ ਤੱਕ ਜਿਹੜੇ ਸਾਹ ਚੱਲਦੇ ਹਨ ਉਦੋਂ ਤੱਕ ਜਿਹੜੀ ਉਹ ਇੱਕ ਗਿਆਨ ਹਾਸਲ ਕਰ ਰਿਹਾ ਜਾਂ ਉਸ ਨੂੰ ਜੋ ਅਨੁਭਵ ਮਿਲ ਰਿਹਾ ਹੈ ਉਹ ਉਸ ਦੀ ਕੀ ਹੈ, ਸਿੱਖਿਆ, ਜੀਵਨ ਦੀ ਸਿੱਖਿਆ ਹੈ। ਤਾਂ ਇਸ ਦੇ ਵਿੱਚ ਕੀ ਹੈਗੀ ਆ, ਉਮਰ ਭਰ ਦੀ ਪ੍ਰਕਿਰਿਆ ਹੈ, ਲੌਂਗ ਲਾਈਫ ਪ੍ਰੋਸੈਸ ਹੈ ਔਰ ਇੱਕ ਗਤੀਸ਼ੀਲ ਅਵਸਥਾ ਦੇ ਵਿੱਚ ਹੈ। ਕਿਤੇ ਸਟੈਬਿਲਿਟੀ ਨਹੀਂ ਆਉਂਦੀ, ਡਾਇਨਾਮਿਕ ਪ੍ਰੋਸੈਸ ਪਾਇਆ ਜਾਂਦਾ ਹੈ ਇੱਕ ਐਜੂਕੇਸ਼ਨ ਦੇ ਵਿੱਚ। ਜਿਹੜੀ ਇੱਕ ਐਜੂਕੇਸ਼ਨ ਆਪਾਂ ਕਹਿੰਦੇ ਨਾ ਵੀ ਥਰੂ ਲਾਈਫ ਜੀਵਨ ਰਾਹੀਂ ਦੀ ਸਿੱਖਿਆ ਹੈਗੀ ਆ, ਉਹ ਇਹੀ ਹੈ ਕਿ ਆਪਾਂ ਕਹਿੰਦਾ ਵੀ ਜਦੋਂ ਬੱਚੇ ਨੇ ਜਨਮ ਲੈ ਲਿਆ ਔਰ ਜਨਮ ਲੈਣ ਤੋਂ ਬਾਅਦ ਜਿਵੇਂ ਜਿਵੇਂ ਉਹਨੇ ਗਤੀਵਿਧੀਆਂ ਕਰਨੀਆਂ ਸ਼ੁਰੂ ਕੀਤੀਆਂ, ਚਾਹੇ ਉਹ ਪਰਿਵਾਰਕ ਮੈਂਬਰ ਦੇ ਵਿੱਚ ਹੋਵੇ, ਚਾਹੇ ਆਪਣੇ ਦੋਸਤਾਨਾਂ ਦੇ ਵਿੱਚ ਹੋਵੇ, ਚਾਹੇ ਉਹ ਵਿਆਹਾਂ ਦੇ ਵਿੱਚ ਗਿਆ ਹੋਵੇ, ਜਾਂ ਆਪਾਂ ਕਹਿ ਲਈਏ ਕਿ ਸਮਾਜ ਦੇ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜ ਕੇ ਉਸਨੇ ਜੋ ਕਿਰਿਆਵਾਂ ਜਾਂ ਆਪਣੀ ਸ਼ਮੂਲੀਅਤ ਜੋ ਉੱਥੇ ਉਹਨੇ ਭਾਗੀਦਾਰੀ ਬਣਾਈ ਹੈ ਕਿਸੇ ਕਾਰਜ ਨੂੰ ਸੰਪੰਨ ਕਰਨ ਦੇ ਲਈ, ਤਾਂ ਉਹ ਉੱਥੋਂ ਜੋ ਉਸਨੇ ਅਨੁਭਵ ਹਾਸਲ ਕੀਤਾ ਹੈ ਉਹ ਉਸਦਾ ਸਾਰੀ ਉਮਰ ਇਹ ਪ੍ਰਕਿਰਿਆ ਜਿਹੜੀ ਹੈਗੀ ਹੈ ਚੱਲਦੀ ਰਹਿੰਦੀ ਹੈ। ਇਸੇ ਲਈ ਜਿਹੜੀ ਜੀਵਨ ਰਾਹੀਂ ਸਿੱਖਿਆ ਜਿਹੜੀ ਹੈਗੀ ਆ ਇਹ ਉਮਰ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਨੈਕਸਟ ਸਾਡੇ ਕੋਲ ਪੁਆਇੰਟ ਹੈਗਾ ਜੀ, ਸਿੱਖਿਆ ਸਿਰਫ ਕਹਿੰਦੇ ਵਿਸ਼ੇਸ਼ ਸਮੇਂ ਅਤੇ ਆਪਾਂ ਕਹਿ ਸਕਦੇ ਹਾਂ ਕਿ ਪੜਾਅ ਤੱਕ ਸੀਮਿਤ ਨਹੀਂ ਹੈ। ਵਿਸ਼ੇਸ਼ ਸਮੇਂ ਅਤੇ ਕਿਸੇ ਪੜਾਅ ਤੱਕ ਸੀਮਿਤ ਨਹੀਂ ਹੈ। ਸਿੱਖਿਆ ਕਿਸੇ ਵਿਸ਼ੇष समय ਅਤੇ ਪੜਾਅ ਤੱਕ ਸੀਮਿਤ
नहीं है। ਹੁਣ ਦੇਖੋ ਸਾਡੇ ਕੋਲੇ ਇਹ 100 ਪੁਆਇੰਟ ਆ ਗਿਆ, ਆਟੋਮੈਟਿਕਲੀ ਆ ਗਿਆ ਜਦੋਂ ਆਪਾਂ ਉਮਰ ਭਰ ਦੀ ਗੱਲ ਕੀਤੀ ਕਿ ਜਿਹੜੀ ਐਜੂਕੇਸ਼ਨ ਜਿਹੜੀ ਹੈਗੀ ਹੈ ਇਹ ਲੌਂਗ ਲਾਈਫ ਪ੍ਰੋਸੈਸ ਹੈ ਇਨ ਡਾਇਨਾਮਿਕ ਰੂਪ ਦੇ ਵਿੱਚ। ਹੁਣ ਇੱਥੇ ਆਪਾਂ ਗੱਲ ਕੀਤੀ ਕਿ ਜਿਹੜੀ ਸਿੱਖਿਆ ਹੈਗੀ ਕਹਿੰਦੇ ਵਿਸ਼ੇਸ਼ ਸਮੇਂ ਅਤੇ ਪੜਾਅ ਤੱਕ ਸੀਮਿਤ ਨਹੀਂ ਹੈ। ਇਹ ਨਹੀਂ ਕਿ ਜੇਕਰ ਇੱਕ ਵਿਅਕਤੀ ਨੇ ਜਨਮ ਲੈ ਲਿਆ ਉਸ ਤੋਂ ਬਾਅਦ ਉਹਦੀ ਜਿਹੜੀ ਪਰਿਵਾਰਕ ਦੀ ਪਾਲਣ ਪੋਸ਼ਣ ਹੈ ਅਸਲ ਸਿੱਖਿਆ ਉਸਦੀ ਉਹੀ ਹੈ, ਨਹੀਂ। जब ये नहीं कि उसने समाज के विच जिन्नियां ही सिर्फ संस्थावां दे नाल उसने कोऑर्डिनेशन बनाई, तालमेल बना के सिर्फ उन्हां हालातां दा सामना करने लई उसने सिक्ख्या ग्रहण कीती, ये भी नहीं है। असल दे विच जिहड़ी सिक्ख्या हैगी है ना कहंदे ओहदे लई कोई पार्टिकुलर ਜਾਂ स्पेसिफिक ਆਪਾਂ ਕਹਿੰਦੇ टाइम नहीं हुंदा और स्पेसिफिक ਉਹਦੇ स्टेप्स नहीं हुंदे, ਉਹਦੀ कोई लिमिट नहीं है, दायरा नहीं है कोई सिक्ख्या ਦਾ। जेकर सिक्ख्या ਦਾ दायरा बना दे ਤਾਂ मींस ਉਹਦਾ जीवन की हो जाऊगा जी सीमित हो जाए, उसके जीवन की क्रियावां की हो जाएंगी सीमित हो जाएंगी, उसके हालात भी की हो जाएंगे लिमिटेड हो जाएंगे। सो एक लाइफ दे विच जो बच्चा अपने जीवन ਨੂੰ स्पेंड कर रहा ਹੁੰਦਾ है, अपने जीवन के सफर ਨੂੰ तय कर रहा ਹੁੰਦਾ, तो उस सफर के दौरान उस ਨੂੰ जिन्नियां चुनौतियां ਜਾਂ जिन्नियां कठिनाइयां किसी भी हालातां ਦੇ ਵਿੱਚ ਰਹਿ ਕੇ ਉਸ ਨੂੰ ਜੋ ਇੱਕ ਹੱਲ ਕਰਨ ਦੀ ਗਤੀਵਿਧੀ ਦੇ ਵਿੱਚ ਆਉਂਦਾ ਹੈ ਜਾਂ ਉਸ ਦੇ ਨਾਲ ਜੂਝਦਾ ਹੈ ਉਹ ਜਿਹੜੀ ਅਨੁਭਵ ਦੀ ਪ੍ਰਕਿਰਿਆ ਹੈ ਅਸਲ ਦੇ ਵਿੱਚ ਉਹ ਇੱਕ ਸਿੱਖਿਆ ਦਾ ਇੱਕ ਉਤਪੰਨ ਪ੍ਰਕਿਰਿਆ ਹੈ। ਤਾਂ ਉੱਥੇ ਕੋਈ ਵਿਸ਼ੇਸ਼ ਸਮੇਂ ਦੀ ਜਾਂ ਵਿਸ਼ੇਸ਼ ਪੜਾਵਾਂ ਦੀ ਕੋਈ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਜੀਵਨ ਦੇ ਵਿੱਚ ਉਸ ਨੂੰ ਆਪਾਂ ਦਰਸਾਇਆ ਨਹੀਂ ਜਾ ਸਕਦਾ। ਹਾਂ, ਅਣਹੋਣੀ ਨੂੰ ਜ਼ਰੂਰ ਦਰਸਾਇਆ ਜਾ ਸਕਦਾ ਹੈ ਕਿ ਕਿਹੜੀ ਗੱਲ ਕਰਨ ਦੇ ਨਾਲ ਕੀ ਅਣਹੋਣੀ ਜਿਹੜੀ ਸੀ ਘਟਨਾ ਬਤੀਤ ਹੋਈ ਸੀ ਔਰ ਉਸ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ, ਉਹ ਇੱਕ ਸਾਡੀ ਇੱਕ ਮੈਮੋਰੇਬਲ ਸਾਡਾ ਟਾਈਮ ਹੁੰਦਾ ਹੈ। ਤਾਂ ਬਟ ਉਸ ਨੂੰ ਇਹ ਨਹੀਂ ਕਹਿ ਸਕਦੇ ਵੀ ਉਸੇ ਸਮੇਂ ਦੌਰਾਨ ਹੀ ਇੱਕ ਵਿਅਕਤੀ ਨੇ ਸਿੱਖਿਆ ਦਾ ਇੱਕ ਅਨੁਭਵ ਹਾਸਲ ਕੀਤਾ ਹੈ, ਨਹੀਂ। ਉਹਦੇ ਲਈ ਕੋਈ ਵੱਖਰੇ ਵੱਖਰੇ ਪੜਾਅ ਹੋ ਸਕਦੇ ਹਨ, ਸਟੈਪ ਹੋ ਸਕਦੇ ਹਨ, ਵੱਖਰੇ ਵੱਖਰੇ ਉਹਦੇ ਕੋਈ ਜੀਵਨ ਦੇ ਵਿੱਚ ਜੋ ਜੋ ਕਿਰਿਆਵਾਂ ਹੈਗੀਆਂ ਨੇ ਤਾਂ ਉਹਦੇ ਵੱਖਰੇ ਵੱਖਰੇ ਸਮੇਂ ਦੇ ਉੱਤੇ ਉਹਦੀ ਜਿਹੜੀ ਪ੍ਰਕਿਰਿਆ ਵੇਖਣ ਨੂੰ ਮਿਲ ਸਕਦੀ ਹੈ। ਉਹੀ ਉਸਦਾ ਕੀ ਹੈ ਅਨੁਭਵ ਹੈ, ਉਹੀ ਉਸਦੀ ਕੀ ਹੈ ਐਕਚੁਅਲੀ ਰਿਅਲਾਈਜੇਸ਼ਨ ਹੈ। ਫਿਰ ਆਪਣੇ ਕੋਲ ਨੈਕਸਟ ਪੁਆਇੰਟ ਆਉਂਦਾ ਹੈਗਾ ਜੀ ਕਹਿੰਦੇ ਇੱਕ ਆਦਮੀ ਜਨਮ ਤੋਂ ਲੈ ਕੇ मौत तक सीखता है, एक आदमी जन्म तो लेके मौत तक सीखता है। व्यक्ति जन्म तो लेके मौत तक सीखता है। ਸਿੱਖਦਾ ਹੈ नो डाउट। ਜਦੋਂ ਆਪਾਂ ਇਹ ਕਹਿੰਦਾ ਵੀ ਇਹ ਲੌਂਗ ਲਾਈਫ ਪ੍ਰੋਸੈਸ ਹੈ ਔਰ ਡਾਇਨਾਮਿਕ ਰੂਪ ਦੇ ਵਿੱਚ ਹੈਗਾਗਾ ਔਰ ਜਦੋਂ ਹੀ ਜਨਮ ਲੈਂਦਾ ਹੈ ਔਰ ਜਿਵੇਂ ਜਿਵੇਂ ਅੰਤਲੇ ਸਾਲਾਂ ਤੱਕ ਪਹੁੰਚਦਾ ਹੈ ਵਿਅਕਤੀ ਦਾ ਜੀਵਨ ਤਾਂ ਉਦੋਂ ਤੱਕ ਕੁਝ ਨਾ ਕੁਝ ਜਿਹੜੀਆਂ ਕਿਰਿਆਵਾਂ ਦੇ ਨਾਲ ਉਹ ਸਾਹਮਣਾ ਕਰਦਾ ਹੈ ਅਸਲ ਦੇ ਵਿੱਚ ਉਹੀ ਉਸਦੀ ਕੀ ਹੈ ਇੱਕ ਸਿੱਖਿਆ। ਤਾਂ ਉਹ ਸਿੱਖਿਆ ਦੇ ਨਾਲ ਜੋ ਉਸਨੇ ਅਨੁਭਵ ਕੀਤਾ ਉਹ ਉਸਦੀ ਕੀ ਹੈ ਜੀਵਨ ਰਾਹੀਂ ਸਿੱਖਿਆ ਜਿਹੜੀ ਹੈਗੀ ਹੈ ਉਹ ਪ੍ਰਭਾਸ਼ਿਤ ਹੁੰਦੀ ਹੈ। ਇਸੇ ਤਰ੍ਹਾਂ ਹੀ ਇਸ ਪੁਆਇੰਟ ਦੇ ਵਿੱਚ ਤੁਸੀਂ ਆਪਣੇ ਇਸ ਤਰੀਕੇ ਨਾਲ ਵਿਚਾਰ ਲਿਖ ਸਕਦੇ ਹੋ। ਔਰ ਨੈਕਸਟ ਜਿਹੜਾ ਸਾਡੇ ਕੋਲੇ ਸਬ ਪੁਆਇੰਟ ਹੈਗਾ ਜੀ ਕਹਿੰਦੇ ਕਦਰਾਂ ਕੀਮਤਾਂ ਨਹੀਂ ਸਿਖਾਈਆਂ ਜਾਂਦੀਆਂ ਪਰ ਤਜਰਬੇ ਹਨ। ਕਦਰਾਂ ਕੀਮਤਾਂ ਨਹੀਂ ਸਿਖਾਈਆਂ ਜਾਂਦੀਆਂ ਕਦਰਾਂ ਕੀਮਤਾਂ ਕਦਰਾਂ ਕੀਮਤਾਂ ਨਹੀਂ ਸਿਖਾਈਆਂ ਜਾਂਦੀਆਂ ਪਰ ਤਜਰਬੇ ਮਿਲਦੇ ਹਨ। ਜਿਹੜੀ ਹੁਣ ਜੀਵਨ ਰਾਹੀਂ ਸਿੱਖਿਆ ਹੈਗੀ ਹੈ ਨਾ ਉਹ ਕਰਕੇ ਸਿੱਖਣ ਵਾਲੀ ਵਿਧੀ ਦੇ ਵਿੱਚ ਸ਼ਾਮਲ ਹੁੰਦਾ ਹੈ। ਨੋ ਡਾਊਟਸ ਦੇਖੋ ਜਿਹੜੀਆਂ ਸਾਡੀਆਂ ਵੈਲਿਊਜ਼ ਹੁੰਦੀਆਂ ਲਾਈਫ ਦੇ ਵਿੱਚ ਉਹ ਸਾਡੀਆਂ ਕਿਤੇ ਨਾ ਕਿਤੇ ਕਿਸੇ ਕੰਮ ਨੂੰ ਕਿਸੇ ਕਾਰਜ ਨੂੰ ਪੂਰਾ ਕਰਨ ਦੇ ਲਈ ਸਾਡੀ ਹੈਲਪਸ ਤਾਂ ਬਹੁਤ ਕਰਦੀਆਂ ਹਨ ਪਰ ਕਦਰਾਂ ਕੀਮਤਾਂ ਵੀ ਸਾਡੇ ਵਿੱਚ ਕਿਵੇਂ ਸ਼ਾਮਲ ਹੋਣਗੀਆਂ ਅਨੁਭਵ ਦੇ ਨਾਲ ਸ਼ਾਮਲ ਹੋਣਗੀਆਂ ਕਿਉਂਕਿ ਅਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਅਸੀਂ
ਆਪਣਾ ਤਾਲਮੇਲ ਬਣਾਵਾਂਗੇ, ਉਸ ਤਾਲਮੇਲ ਦੇ ਨਾਲ ਸਾਡੇ ਵਿੱਚ ਕੀ ਆਊਗਾ, ਇੱਕ ਅਨੁਭਵ ਆਊਗਾ। ਉਹ ਅਨੁਭਵ ਹੀ ਸਾਡਾ ਕੀ ਹੈ, ਇੱਕ ਤਜਰਬਾ ਹੈ। ਤਾਂ ਉਹ ਕੀ ਹੋਗੀ, ਸਾਡੀ ਜੀਵਨ ਦੇ ਰਾਹੀਂ ਸਿੱਖਿਆ ਹੋਗੀ। ਫਿਰ ਨੈਕਸਟ ਜਿਹੜਾ ਸਾਡੇ ਕੋਲੇ ਸਬ ਪੁਆਇੰਟ ਹੈਗਾ ਜੀ ਕਿ ਕਮਿਊਨਿਟੀ ਜਿਹੜੀ ਹੈਗੀ ਹੈ ਦੇ ਤਜਰਬੇ ਮੈਂਬਰਾਂ ਦੁਆਰਾ ਸਿੱਖਣਾ। ਕਮਿਊਨਿਟੀ ਦੇ ਮੈਂਬਰਾਂ ਦੇ ਤਜਰਬੇ ਦੁਆਰਾ ਸਿੱਖਣਾ। ਕਮਿਊਨਿਟੀ ਦੇ तजर्बेकार ਮੈਂਬਰਾਂ ਕੋਲੋਂ ਸਿੱਖਣਾ। ਹੁਣ ਇਹਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਵੱਖ-ਵੱਖ ਏਜੰਸੀਆਂ ਹੁੰਦੀਆਂ ਹਨ, ਸਮਾਜ ਦੇ ਵਿੱਚ ਵੱਖ-ਵੱਖ ਰੂਪ ਦੇ ਵਿੱਚ ਕਮਿਊਨਿਟੀਜ਼ ਪਾਈ ਜਾਂਦੀ ਹੈ, ਭਾਵ ਕੀ ਹੈਗਾ ਏਜੰਸੀਆਂ ਪਾਈਆਂ ਜਾਂਦੀਆਂ ਹਨ। ਹੁਣ ਜਿਹੜੀਆਂ ਉਹ ਏਜੰਸੀਆਂ ਹੈਗੀਆਂ ਨੇ ਉਹ ਕਿਸ ਰੂਪ ਦੇ ਵਿੱਚ ਪਾਈਆਂ ਜਾਂਦੀਆਂ ਹਨ, ਆਪਾਂ ਕਹਿੰਦੇ ਵੀ ਜਿਵੇਂ ਪੁਰਾਣਾ ਸਮਾਂ ਸੀਗਾ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਿੱਖਿਆ ਸੀਗੀ ਉਹ ਸਿਰਫ ਕਿਵੇਂ ਦਿੱਤੀ ਜਾਂਦੀ ਸੀਗੀ ਐਜੂਕੇਸ਼ਨ ਬੱਚਿਆਂ ਨੂੰ ਜੀ, ਆਪਾਂ ਕਹਿੰਦੇ ਵੀ ਜਿਵੇਂ ਸਿਰਫ ਬੱਚੇ ਨੂੰ ਜਿਵੇਂ ਆਪਾਂ ਕਹਿੰਦਾ ਕਿ ਤਲਾਬ ਦੇ ਵਿੱਚ ਮੱਛੀ ਕਿਵੇਂ ਫੜਨੀ ਹੈ, ਜਾਂ ਆਪਾਂ ਇਹ ਗੱਲ ਕਹਿੰਦੀ ਵੀ ਆਪਾਂ ਜਦੋਂ ਇੱਕ ਬੱਚੇ ਨੂੰ ਗਿਆਨ ਦੇ ਰਹੇ ਕਿ ਸਿੱਖਿਆ ਦੇ ਰਾਹੀਂ ਤਾਂ ਉਹ ਕੀ ਹੈਗੇ ਵੀ ਜਿਵੇਂ ਆਪਾਂ ਕਹਿੰਦਾ ਵੀ ਕੁਦਰਤੀ ਆਫਤਾਂ ਜਿਹੜੀਆਂ ਆ ਗਈਆਂ ਹਨ ਉਹਨਾਂ ਦੇ ਵਿੱਚ ਕਿਵੇਂ ਬਚਾਅ ਕਰਨਾ ਹੈ। ਸੋ ਇਹਨਾਂ ਗੱਲਾਂ ਨੂੰ ਰੱਖਦੇ ਹੋਏ ਤਾਂ ਕਮਿਊਨਿਟੀਜ਼ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਕਿਤੇ ਨਾ ਕਿਤੇ ਸਾਨੂੰ ਕੋਈ ਨਾ ਕੋਈ ਗਿਆਨ ਦਿੰਦੇ ਹਨ, ਔਰ ਉਹਨਾਂ ਗਿਆਨ ਦੁਆਰਾ ਜੋ ਅਸੀਂ ਕਾਰਜ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਵਾਂਗੇ ਉਹ ਸਾਡਾ ਇੱਕ ਸਿੱਖਣਾ ਹੋਊਗਾ, ਉਹ ਸਾਡੀ ਇੱਕ ਜੀਵਨ ਰਾਹੀਂ ਕੀ ਹੋਊਗੀ ਜੀ, ਸਿੱਖਿਆ ਹੋਊਗੀ। ਔਰ ਲਾਸਟ ਦੇ ਉੱਪਰ ਆਪਾਂ ਰਾਜੇ ਕਨਕਲੂਜਨ ਦੀ ਗੱਲ ਕਰਾਂਗੇ। ਸਿੱਟਾ ਕਨਕਲੂਜਨ, ਹੁਣ ਸਾਡੇ ਕੋਲ ਇਹਦੇ ਵਿੱਚ ਸਿੱਟਾ ਕੀ ਨਿਕਲਦਾ ਹੈਗਾ ਜੀ, ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਜੀਵਨ ਰਾਹੀਂ ਜਿਹੜੀ ਸਿੱਖਿਆ ਹੈਗੀ ਹੈ ਉਹ ਇੱਕ ਵਿਸ਼ੇਸ਼ ਏਜੰਸੀ ਜਾਂ ਵਿਸ਼ੇਸ਼ ਸਥਾਨਾਂ ਜਾਂ ਵਿਸ਼ੇਸ਼ ਵਿਅਕਤੀ ਤੋਂ ਲਈ ਗਈ ਨਹੀਂ ਹੈ, ਬਲਕਿ ਇਹਦੇ ਵਿੱਚ ਕੀ ਹੈਗਾਗਾ ਰੀਡਿੰਗ, ਰਾਈਟਿੰਗ, ਅਰਥਮੈਟਿਕ ਦਾ ਨਹੀਂ, ਬਲਕਿ ਇਹਦੇ ਵਿੱਚ ਸੰਪੂਰਨ ਤਜਰਬੇ ਪਾਏ ਜਾਂਦੇ ਹਨ। ਉਹ ਸੰਪੂਰਨ ਜਿਹੜੇ ਤਜਰਬੇ ਹੈਗੇ ਨੇ ਉਹ ਕਿਸ ਰੂਪ ਦੇ ਵਿੱਚ ਪਾਏ ਜਾਂਦੇ ਨੇ, ਆਪਾਂ ਕਹਿੰਦੇ 4H, ਹੈਡ ਵੀ ਹੈਗਾਗਾ, ਹਾਰਟ ਵੀ ਹੈਗਾਗਾ, ਹੈਲਥੀ ਵੀ ਹੈਗਾ, ਹੈਂਡ ਵੀ ਹੈਗਾਗਾ। ਕਿਤੇ ਨਾ ਕਿਤੇ ਉਹ ਪ੍ਰਕਿਰਿਆਵਾਂ ਸ਼ਾਮਲ ਹਨ ਜਿਹੜੀਆਂ ਆਪਾਂ ਕਹਿ ਦਿੰਦੇ ਆ ਸਾਨੂੰ ਕੋਈ ਵਿਸ਼ੇਸ਼ ਸਥਾਨ ਤੋਂ ਜਾਂ ਕੋਈ ਵਿਸ਼ੇਸ਼ ਵਿਅਕਤੀ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ, ਇਹ ਆਪਣੇ ਆਪ ਹੀ ਜਿਵੇਂ ਆਪਾਂ ਕਹਿੰਦੇ ਕੁਦਰਤੀ ਆਫਤਾਂ ਆ ਗਈਆਂ, ਵੱਖ-ਵੱਖ ਸਾਨੂੰ ਮੈਂਬਰਾਂ ਨੇ ਵੱਖ-ਵੱਖ ਪੁਰਾਣੇ ਸਮੇਂ ਦੀਆਂ ਘਟਨਾਵਾਂ ਨੂੰ ਸਾਨੂੰ ਦੱਸਿਆ ਹੈ, ਵਰਤਮਾਨ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਨੂੰ ਉਸਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਉਹ ਜਿਵੇਂ-ਜਿਵੇਂ ਹਾਲਾਤ ਬਣਨਗੇ ਉਸ ਤਰੀਕੇ ਨਾਲ ਸਾਡੇ ਕੋਲ ਤਜਰਬੇ ਆਉਣਗੇ, ਉਹ ਤਜਰਬਾ ਹੀ ਸਾਡੀ ਕੀ ਹੈ, ਇੱਕ ਜੀਵਨ ਰਾਹੀਂ ਸਿੱਖਿਆ ਹੈ। ਸੋ ਰਾਜੇ ਇਹ ਟੌਪਿਕ ਜਿਹੜਾ ਸੀਗਾ ਕਨਕਲੂਜਨ ਦੇ ਨਾਲ ਆਪਾਂ ਇਸ ਨੂੰ ਸਮ ਅਪ ਕਰ ਦਿੱਤਾ ਹੈ। ਤਾਂ ਨੈਕਸਟ ਟੌਪਿਕ ਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।